Hello friends, welcome to Siddhi Punjab. So we are discussing about the PCS examination. Last video ਚ ਅਸੀਂ ਦੇਖਿਆ ਸੀ ਕਿ ਕਿਉਂਕਿ PCS chairman appoint ਹੋ ਚੁੱਕੇ ਆ ਤਾਂ we can anytime expect an examination now ਕਿਉਂਕਿ leadership is there. So ਜਲਦ ਹੀ we can see ਜਲਦ ਦਾ ਮਤਲਬ ਇਹ ਨਹੀਂ ਹੈ ਕਿ ਕੱਲ ਵੀ ਐਗਜ਼ਾਮ ਆ ਜਾਏਗਾ। ਬਹੁਤ ਸਾਰੇ ਬੱਚੇ ਮੈਨੂੰ ਇਸ ਵੀਡੀਓ ਤੋਂ ਬਾਅਦ ਮੈਸੇਜ ਕਰ ਰਹੇ ਸੀ ਕਿ ਮੈਮ ਤੁਸੀਂ ਕਿਹਾ ਸੀ ਜਲਦ ਹੀ ਆਏਗਾ ਤਾਂ ਜੂਨ ਚ ਆ ਜਾਏਗਾ, ਜੁਲਾਈ ਚ ਆ ਜਾਏਗਾ। ਸੋ ਇਟ ਇਜ਼ ਨਾਟ ਗੋਇੰਗ ਟੂ ਬੀ that quick also ਕਿਉਂਕਿ ਪ੍ਰੈਪਰੇਸ਼ਨਸ ਤੇ ਟਾਈਮ ਲੱਗਦਾ ਹੈ। ਜਿਵੇਂ ਲਾਸਟ ਵੀਡੀਓ 'ਚ ਵੀ ਮੈਂ ਦੱਸਿਆ ਸੀ ਚੇਅਰਮੈਨ ਆਏ ਨੇ ਹਜੇ, ਹੋਰ ਵੀ ਬਹੁਤ ਸਾਰੇ ਕੰਮ ਹੈ ਜਿਹੜੇ ਹੋਣਗੇ। ਲੀਡਰ ਆ ਗਏ ਨੇ ਬਟ ਲੀਡਰ ਨੇ ਕੰਮ ਵੀ ਤਾਂ ਕਰਾਣੇ ਆ ਲੋਕਾਂ ਤੋਂ, ਉਹ ਵੀ ਤਾਂ ਹੋਣਾ ਚਾਹੀਦਾ ਸਾਰਾ ਕੁਝ ਪ੍ਰੋਸੀਜਰਲ ਆਸਪੈਕਟਸ। ਸੋ ਉਹ ਆਪਾਂ ਸਭ ਦੇਖਾਂਗੇ, ਠੀਕ ਹੈ। ਸੋ ਮੈਨੀ ਆਫ ਯੂ ਰਿਕੁਐਸਟਡ ਅਬਾਊਟ ਡਿਫਰੈਂਟ ਕਾਈਂਡ ਆਫ ਵੀਡੀਓਜ਼, ਮੈਂ ਸਾਰੀਆਂ ਲੈ ਕੇ ਆਵਾਂਗੀ। ਪਲੀਜ਼ ਵੇਟ ਫॉर ਇਟ, ਇੱਕ ਇੱਕ ਕਰਕੇ ਸਾਰੀ ਆਏਗੀ। ਅੱਜ ਦੀ ਵੀਡੀਓ 'ਚ ਮੈਂ ਅਗਲੇ 3 ਮਹੀਨੇ ਦਾ ਸ਼ਡਿਊਲ ਦੱਸਣ ਵਾਲੀ ਹੈ। ਵਾਈ 3 ਮਹੀਨੇ ਐਕਸਪੈਕਟ ਅਸੀਂ ਇਹ ਕਰ ਰਹੇ ਹਾਂ ਕਿ ਅਗਰ ਚੇਅਰਮੈਨ ਹੁਣ ਆ ਗਏ ਹੈ 2-3 ਮਹੀਨੇ 4 ਮਹੀਨੇ ਤੱਕ ਦੇ ਵਿੱਚ ਆਪਣਾ ਐਕਚੁਅਲ ਐਗਜ਼ਾਮ ਹੋਣਾ ਚਾਹੀਦਾ ਹੈ, ਠੀਕ ਹੈ। ਨੋਟੀਫਿਕੇਸ਼ਨ ਅਗਲੇ ਮਹੀਨੇ ਜਾਂ 1-2 ਮਹੀਨੇ ਦੇ ਵਿੱਚ ਆ ਸਕਦੀ ਹੈ ਬਟ ਫਿਰ ਵੀ ਆਪਾਂ ਨੂੰ ਥੋੜਾ ਬਹੁਤ ਟਾਈਮ ਮਿਲੇਗਾ, 1-1.5 ਮਹੀਨੇ ਦਾ ਟੋਟਲ ਮਿਲਾ ਮਿਲੂ ਕੇ 3 ਤੋਂ 4 ਮਹੀਨੇ ਜ਼ਿਆਦਾ ਸਟ੍ਰੈਚ ਕਰਕੇ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਸਾਨੂੰ ਪ੍ਰੀਲਿਮਸ ਲਈ ਮਿਲ ਜਾਣਗੇ, ਠੀਕ ਹੈ। ਆਲ ਆਫ ਦਿਸ ਇਜ਼ ਬੇਸਡ ਔਨ ਐਸਟੀਮੇਸ਼ਨ। ਜਿਵੇਂ ਆਪਾਂ ਸਭ ਨੂੰ ਹੀ ਪਤਾ ਹੈ ਕਿ ਪੀਸੀਐਸ ਦਾ ਤਾਂ ਵੈਸੇ ਹੀ ਕੁਝ ਪਤਾ ਨਹੀਂ ਹੁੰਦਾ ਹੈ ਕਿ ਕਦ ਆਏਗਾ ਕਦ ਨਹੀਂ, ਬਟ ਲੈਟਸ ਸੀ ਕਿ ਸਾਡੇ ਕੋਲ ਇਹ ਟਾਈਮ ਹੈ ਹੱਥ ਦੇ ਵਿੱਚ, ਹਾਊ ਵੀ ਹੈਵ ਟੂ ਯੂਟਿਲਾਈਜ਼ ਇਟ ਪਰਫੈਕਟਲੀ, ਠੀਕ ਹੈ। ਇਸ ਤੋਂ ਬਾਅਦ ਜਿਹੜੇ ਬੱਚੇ 1 ਸਾਲ ਦਾ ਪਲਾਨ ਕਹਿ ਰਹੇ ਸੀ, ਆਈ ਵਿਲ ਬ੍ਰਿੰਗ ਦੈਟ ਵੀਡੀਓ ਆਲਸੋ। ਮੇਨਸ ਦੀ ਪ੍ਰੈਪਰੇਸ਼ਨ ਲਈ ਤੁਸੀਂ ਪੁੱਛ ਰਹੇ ਸੀ, ਆਈ ਵਿਲ ਬ੍ਰਿੰਗ ਦੈਟ ਆਲਸੋ, ਠੀਕ ਹੈ। ਸੋ ਡੋਂਟ ਵਰੀ, ਜੋ ਜੋ ਤੁਹਾਡੀ ਰਿਕੁਆਇਰਮੈਂਟ ਹੈ ਲਿਖ ਦਿਓ ਤੁਸੀਂ ਕਮੈਂਟਸ ਦੇ ਵਿੱਚ, ਮੈਂ ਵੀ ਲਿਖ ਕੇ ਰੱਖ ਲੈਣੀ ਹੈ। ਇੱਕ ਇੱਕ ਕਰਕੇ ਵੀਡੀਓ ਆਂਦੀ ਰਹੇਗੀ। ਅੱਜ ਦੀ ਵੀਡੀਓ 'ਚ ਜਿਹੜੇ ਬੱਚੇ ਇਸ ਸਾਲ ਦਾ ਹੀ ਪ੍ਰੀਲਿਮਸ ਮੇਨਸ ਟਾਰਗੇਟ ਕਰ ਰਹੇ ਨੇ ਉਹਨਾਂ ਲਈ ਮੈਂ ਸ਼ਡਿਊਲ ਦੇ ਰਹੀ ਹਾਂ। ਇਹ ਸ਼ਡਿਊਲ ਨੂੰ ਤੁਸੀਂ ਸਟ੍ਰਿਕਟਲੀ ਫੋਲੋ ਕਰੋਗੇ, ਯੂ ਵਿਲ ਡੈਫੀਨੇਟਲੀ ਸੀ ਰਿਜ਼ਲਟਸ, ਠੀਕ ਹੈ। ਸਿਵਲ ਸਰਵਿਸਿਜ਼ ਦੇ ਐਗਜ਼ਾਮੀਨੇਸ਼ਨਸ 'ਚ ਸਾਰੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕੰਸਿਸਟੈਂਸੀ, ਰਾਈਟ। ਅਗਰ ਤੁਸੀਂ ਕੰਸਿਸਟੈਂਸੀ ਨਾਲ ਇਹਨੂੰ ਫੋਲੋ ਕਰਦੇ ਹੋ ਡੇ ਇਨ ਐਂਡ ਡੇ ਆਊਟ, ਈਵਨ 3-4 ਮੰਥਸ 'ਚ ਤੁਹਾਡੀ ਪ੍ਰੈਪਰੇਸ਼ਨ ਦਾ ਲੈਵਲ ਕਾਫੀ ਇੰਪਰੂਵ ਹੋ ਜਾਏਗਾ, ਠੀਕ ਹੈ ਜੀ। ਸੋ ਲੈਟਸ ਬਿਗਿਨ, ਗੱਲਾਂ ਬਾਤਾਂ ਫੇਰ ਕਰਦੇ ਹਾਂ। ਸੋ ਸ਼ਡਿਊਲ ਐਗਜ਼ੈਕਟਲੀ ਡਿਸਕਸ ਕਰਨ ਤੋਂ ਪਹਿਲਾਂ ਆਈ ਐਮ ਅਸਿਊਮਿੰਗ ਦ ਸਰਟੇਨ ਥਿੰਗਸ ਫਰਮ ਯੋਰ ਸਾਈਡ। ਸਰਟੇਨ ਥਿੰਗਸ ਯਾਨੀ ਕਿ ਤੁਸੀਂ ਸਿਲੇਬਸ ਦਾ ਮੇਜਰ ਪੋਰਸ਼ਨ ਕੰਪਲੀਟ ਕਰ ਲਿਆ ਹੈ, ਸਪੈਸ਼ਲੀ ਪ੍ਰੀਲਿਮਸ ਦਾ, ਠੀਕ ਹੈ। ਸੋ ਇਵਨ ਇਫ ਜਨਵਰੀ 'ਚ ਐਕਚੁਅਲ ਨੋਟੀਫਿਕੇਸ਼ਨ ਆਈ ਸੀ, ਜਨਵਰੀ 'ਚ ਜੇ ਤੁਸੀਂ ਸ਼ੁਰੂ ਕੀਤਾ ਹੈ, ਜਿਵੇਂ ਅਸੀਂ ਵੀ ਕ੍ਰੈਸ਼ ਕੋਰਸ ਲਗਾਇਆ ਹੋਇਆ ਸੀ, ਮੈਨੀ ਆਫ ਯੂ ਹੈਵ ਕਲੀਅਰਡ ਦੀ ਸਿਲੇਬਸ। तो ਹੁਣ ਮੈਂ ਤੁਹਾਨੂੰ ਰਿਵੀਜ਼ਨ ਤੇ ਪ੍ਰੈਕਟਿਸ ਦਾ ਸ਼ਡਿਊਲ ਦੇਣ ਵਾਲੀ ਹਾਂ, ਠੀਕ ਹੈ। ਜੇ ਤੁਸੀਂ ਨਹੀਂ ਵੀ ਕੀਤਾ ਹੈ, ਨਾਲ ਨਾਲ ਸਿਲੇਬਸ ਕੰਪਲੀਸ਼ਨ ਵੀ ਕਰਦੇ ਰਹੋ, ਨਾਲ ਨਾਲ ਰਿਵੀਜ਼ਨ ਤੇ ਵੀ ਫੋਕਸ ਰੱਖੋ, ਠੀਕ ਹੈ। ਜਿਹੜੇ ਬੱਚਿਆਂ ਨੇ ਹੁਣੀ ਸ਼ੁਰੂ ਕਰਨਾ ਹੈ ਔਰ ਇਸੇ ਸਾਲ ਦਾ ਐਗਜ਼ਾਮ ਦੇਣਾ ਚਾਹੁੰਦੇ ਹੋ, ਪਲੀਜ਼ ਸਾਡਾ ਪ੍ਰੀਲਿਮਸ ਕ੍ਰੈਸ਼ ਕੋਰਸ ਲਗਾਓ, ਤੁਹਾਨੂੰ ਕਾਫੀ ਹੈਲਪ ਹੋਏਗੀ। ਕੰਸਾਈਜ਼ ਵੇ ਦੇ ਵਿੱਚ ਤੁਹਾਡਾ ਸਾਰਾ ਸਿਲੇਬਸ ਜਿਹੜਾ ਕਵਰ ਹੋ ਜਾਏਗਾ। ਵੀ ਹੈਵ ਆਲਰੇਡੀ ਕੰਪਲੀਟਡ ਦੀ ਕ੍ਰੈਸ਼ ਕੋਰਸ, ਤੁਸੀਂ ਰਿਕਾਰਡਡ ਦੇ ਵਿੱਚ ਫਾਸਟ ਫਾਰਵਰਡ ਕਰਕੇ ਦੇਖ ਕੇ ਜਲਦੀ ਖਤਮ ਕਰੋ। ਸ਼ਾਰਟ ਨੋਟਸ ਫਲੈਸ਼ ਕਾਰਡਸ ਤੁਹਾਨੂੰ ਨਾਲ ਮਿਲਣਗੇ, ਠੀਕ ਹੈ। ਆਪਦੇ ਨੋਟਸ ਬਣਾਉਣ ਦੀ ਵੀ ਲੋੜ ਨਹੀਂ ਪੈਣੀ ਹੈ। ਸੋ ਜੱਜ ਕਰੋ ਕਿ ਤੁਹਾਡਾ ਸਿਲੇਬਸ ਅਗਰ ਨਹੀਂ ਕੰਪਲੀਟ, ਫਰਸਟ ਥਿੰਗ ਤੁਸੀਂ ਆਪਦੇ ਸਿਲੇਬਸ ਤੇ ਪ੍ਰੀਲਿਮਸ ਕ੍ਰੈਸ਼ ਕੋਰਸ ਲੈ ਕੇ ਸਾਡਾ ਕਵਰ ਕਰੋ। ਸੈਕਿੰਡ ਹੈ, ਜਿਵੇਂ ਮੈਂ ਕਿਹਾ ਨੋਟੀਫਿਕੇਸ਼ਨ ਮੈਂ ਐਕਸਪੈਕਟ ਕਰ ਰਹੀ ਹਾਂ ਕਿ ਅਗਲੇ 1-2 ਮਹੀਨੇ ਦੇ ਵਿੱਚ ਆਣੀ ਚਾਹੀਦੀ ਹੈ। ਚੇਅਰਮੈਨ ਇਜ਼ देयर, ਪ੍ਰੋਸੀਜਰਲ ਕੰਮ ਕਰ ਕੁਰ ਕੇ ਆਪਦੇ ਖਤਮ, ਉਹਨਾਂ ਨੂੰ ਹੁਣ ਨੋਟੀਫਿਕੇਸ਼ਨ ਲਿਆਣੀ ਚਾਹੀਦੀ ਹੈ। ਸੋ ਵੀ ਵਿਲ ਸੀ ਕਿ ਜੂਨ ਤੇ ਜੁਲਾਈ ਦੇ ਵਿੱਚ ਅਗਰ ਨੋਟੀਫਿਕੇਸ਼ਨ ਆ ਜਾਂਦੀ ਹੈ, ਦੈਨ ਵੀ ਵਿਲ ਐਕਸਪੈਕਟ ਕਿ ਜਿਹੜਾ ਸਾਡਾ ਪ੍ਰੀਲਿਮਸ ਹੈ ਉਹ ਅਗਸਤ ਮਹੀਨੇ ਦੇ ਅੰਤ ਤੱਕ ਜਾਂ ਸੈਪਟੈਂਬਰ ਦੀ ਬਿਗਨਿੰਗ ਤੱਕ ਹੋਣਾ ਚਾਹੀਦਾ ਹੈ। ਅਗਸਤ ਟੂ ਸੈਪਟੈਂਬਰ ਤੱਕ ਆਪਾਂ ਪ੍ਰੀਲਿਮਸ ਫਿਰ ਐਕਸਪੈਕਟ ਕਰ ਸਕਦੇ ਹਾਂ, ਠੀਕ ਹੈ। ਸੋ ਇਸ ਦੇ ਹਿਸਾਬ ਨਾਲ ਮੈਨੇ ਮਈ ਤੋਂ ਲੈ ਕੇ ਅਗਸਤ ਐਂਡ ਤੱਕ ਦਾ ਤੁਹਾਡੇ ਲਈ 3 ਮੰਥਸ ਦਾ ਐਗਜ਼ੈਕਟਲੀ ਸ਼ਡਿਊਲ ਬਣਾਇਆ ਹੈ, ਰਾਈਟ। ਸੋ ਉਹ ਮੈਂ ਤੁਹਾਡੇ ਨਾਲ ਹੁਣ ਡਿਸਕਸ ਕਰਾਂਗੀ। ਉਸ ਤੋਂ ਪਹਿਲਾਂ ਡੇਲੀ ਤੁਸੀਂ ਕਿੰਨੇ ਆਵਰਸ ਡਿਵੋਟ ਕਰਨੇ ਹੈ ਟੂ ਬੀ ਏਬਲ ਟੂ ਫੁਲਫਿਲ ਦਿਸ ਸ਼ਡਿਊਲ ਦੈਟ ਆਈ ਵਿਲ ਬੀ ਸ਼ੇਅਰਿੰਗ, ਉਹ ਮੈਂ ਤੁਹਾਨੂੰ ਦੱਸ ਰਹੀ ਹਾਂ, ਠੀਕ ਹੈ। ਸੋ ਇਸ ਟਾਈਮ ਤੇ ਜਿਵੇਂ ਮੈਂ ਲਾਸਟ ਵੀਡੀਓ 'ਚ ਵੀ ਦੱਸਿਆ ਸੀ, ਮੇਰੀ ਐਕਸਪੈਕਟੇਸ਼ਨ ਹੈ ਕਿ ਤੁਸੀਂ ਬੋਥ ਪ੍ਰੀਲਿਮਸ ਤੇ ਮੇਨਸ ਦੋਨਾਂ ਤੇ ਫੋਕਸ ਕਰ ਰਹੇ ਹੋ, ਠੀਕ ਹੈ। ਇਸੀलिए ਤੁਸੀਂ ਦੇਖੋ ਜਿਹੜਾ ਮੈਂ ਤੁਹਾਨੂੰ ਸ਼ਡਿਊਲ ਇੱਥੇ ਦੇ ਰਹੀ ਹਾਂ, ਦਿਸ ਵਿਲ ਬੀ ਫੋਕਸਿੰਗ ਔਨ ਬੋਥ ਦੀ ਏਰੀਆਜ਼, ਨਾਟ ਜਸਟ ਪ੍ਰੀ। ਐਵੇਂ ਨਹੀਂ ਹੈ ਕਿ ਅਸੀਂ ਸਿਰਫ ਪ੍ਰੀ ਨੂੰ ਹੀ ਕਰਦੇ ਰਹੀਏ, ਬਾਅਦ 'ਚ ਜਦੋਂ ਮੇਨਸ ਆਇਆ ਤਾਂ ਸਾਡਾ ਕੁਝ ਬਣ ਨਹੀਂ ਰਿਹਾ, ਠੀਕ ਹੈ। ਸੋ ਇਹ ਬੱਚਿਆਂ ਨੇ ਦੋਨੋਂ ਚੀਜ਼ਾਂ ਪੈਰਲਲ ਚਲਾਉਣੀਆਂ ਹੈ। ਅਗਰ ਤੁਹਾਡਾ ਪ੍ਰੀ ਦਾ ਸਿਲੇਬਸ ਬਹੁਤ ਪੈਂਡਿੰਗ ਹੈ, ਦੈਨ ਯੂ ਵੋਂਟ ਗੋ ਫॉर ਦਿਸ, ਬਟ ਇਫ ਯੂ ਆਰ ਅ ਪਰਸਨ ਜੋ 1 ਸਾਲ ਤੋਂ ਆਲਰੇਡੀ ਪ੍ਰਿਪੇਅਰ ਕਰ ਰਿਹਾ ਸੀ, ਬਹੁਤ ਸਾਰੇ ਬੱਚੇ ਕਰ ਰਹੇ ਹੈ, ਕਈਆਂ ਨੇ ਜਨਵਰੀ 'ਚ ਵੀ ਸ਼ੁਰੂ ਕਰ ਲਿਆ ਸੀ, ਦੈਨ ਦੋਨੋਂ ਨਾਲ ਨਾਲ ਲੈ ਕੇ ਚੱਲੋ, ਠੀਕ ਹੈ। ਸੋ ਡੇਲੀ ਤੁਹਾਡਾ ਡੇ ਕਿਵੇਂ ਦਿਖੇਗਾ ਬੇਸਿਕਲੀ, ਫਰਸਟ ਪੋਰਸ਼ਨ ਤੁਹਾਡੇ ਡੇ ਦਾ ਫੋਕਸ ਹੋਣਾ ਚਾਹੀਦਾ ਹੈ ਪ੍ਰੀਲਿਮਸ ਦੀ ਰਿਵੀਜ਼ਨ ਤੇ, ਜਿਵੇਂ ਮੈਂ ਕਿਹਾ
ਜਿਹੜੇ ਮੇਨ ਸਬਜੈਕਟਸ ਹੈ ਉਹਨਾਂ ਨੂੰ ਆਪਾਂ ਡੇਲੀ ਰਿਵਾਈਜ਼ ਕਰਦੇ ਰਹਿਣਾ ਹੈ, ਪੀਰੀਓਡਿਕਲੀ ਰਿਵਾਈਜ਼ ਕਰਦੇ ਰਹਿਣਾ ਹੈ ਤੇ ਟੈਸਟ ਆਪਾਂ ਦਿੰਦੇ ਰਵਾਂਗੇ। ਕੀ ਰਿਵਾਈਜ਼ ਕਰਨਾ ਹੈ, ਕਿਆ ਟੈਸਟ ਹੈ, ਉਹ ਮੈਂ ਹਜੇ ਦੱਸ ਰਹੀ ਹਾਂ, ਬਟ ਪ੍ਰੀਲਿਮਸ ਨੂੰ 3 ਤੋਂ 4 ਘੰਟੇ ਤੁਹਾਡੇ ਡੇ ਦੇ ਮੋਸਟ ਪ੍ਰੋਡਕਟਿਵ ਆਵਰਸ ਤੁਸੀਂ ਦਿਓ। ठीक है, फिर करंट अफेयर्स भी करना जरूरी है। ऑब्वियसली करंट अफेयर्स इज द सोल ऑफ द एग्जामिनेशन। अब देखो कई बच्चों ਨੂੰ ਇਹ ਗਲਤ ਫਹਿਮੀ ਰਹਿੰਦੀ ਹੈ ਕਿ ਪੇਪਰ ਸਿਰਫ ਕਰੰਟ ਅਫੇਅਰਸ ਚੋਂ ਹੀ ਆਂਦਾ ਹੈ। ਇਹ ਜੀ ਗੱਲ ਨਹੀਂ ਹੈ, ਕਰੰਟ ਅਫੇਅਰ ਹੈਵੀ ਪੇਪਰ ਹੁੰਦਾ ਹੈ, ਬਹੁਤ ਵਾਰ ਹੁੰਦਾ ਹੈ, ਬਟ ਇਹ ਹੈ ਕਿ ਸਾਡੀ ਸਟੈਟਿਕ ਨੌਲੇਜ ਬਹੁਤ ਹੈਲਪ ਕਰਦੀ ਹੈ ਈਵਨ ਕਰੰਟ ਅਫੇਅਰ ਦੇ ਕੁਐਸਚਨਸ ਨੂੰ ਸੋਲਵ ਕਰਨ ਲਈ। ਕੋਈ ਵੀ ਕੁਐਸਚਨ ਪਿਓਰਲੀ ਕਰੰਟ ਅਫੇਅਰ ਬੇਸਡ, ਕੋਈ ਵੀ ਕੁਐਸਚਨ ਪਿਓਰਲੀ static based नहीं होता है। there is some linkage between the both, we cannot ignore any of the two parts। ठीक है, so current affairs you have to do, right? current affairs किमें करोगे, basically you will डेली रीड अ न्यूज़पेपर 45 मिनट्स ਤੁਸੀਂ ਨਿਊਜ਼ਪੇਪਰ ਨੂੰ ਦੇਣੇ ਹੀ ਹੈ। ਇੰਡੀਅਨ ਐਕਸਪ੍ਰੈਸ ਪੜ੍ਹ ਲਓ, ਦ ਹਿੰਦੂ ਪੜ੍ਹ ਲਓ, ਵਿਚਐਵਰ ਨਿਊਜ਼ਪੇਪਰ ਯੂ ਆਰ ਆਲਰੇਡੀ ਰੀਡਿੰਗ, ਇਹਨਾਂ ਦੋਨਾਂ ਚੋਂ ਪੜ੍ਹੋ, ਰਾਈਟ? ਮੈਨੀ ਆਫ ਦੀ ਸਟੂਡੈਂਟਸ ਦੇ ਸੇ ਕਿ ਅਸੀਂ ਕੋਈ ਹੋਰ ਪੜ੍ਹ ਰਹੇ ਹਾਂ। ਦੇਖੋ ਇਹਨਾਂ ਦਾ ਥੋੜਾ ਲੈਵਲ ਜਿਹੜਾ ਹੈ ਐਗਜ਼ਾਮੀਨੇਸ਼ਨ ਓਰੀਐਂਟਡ ਹੈ, ਲੈਂਗੁਏਜ ਜਿਹੜੀ ਹੈ ਬਣਦੀ ਹੈ, ਲੈਂਗੁਏਜ ਇਨ ਦਾ ਸੈਂਸ ਸਿਰਫ ਇੰਗਲਿਸ਼ ਦੀ ਗੱਲ ਨਹੀਂ ਹੁੰਦੀ ਹੈ। ਨਿਊਜ਼ਪੇਪਰ ਰੀਡਿੰਗ ਤੋਂ ਤੁਹਾਡੀ ਸਬਜੈਕਟ ਸਪੈਸਿਫਿਕ ਵੋਕੈਬਲਰੀ ਤੇ ਲੈਂਗੁਏਜ ਬਣਦੀ ਹੈ। सो इट इज क्रूशल कि न्यूज़पेपर हर दिन पढ़ो, बहुत सारी नॉलेज बनेगी, बिलीव मी ऑन दैट, राइट? उस तो बाद तुसी मैगजीन्स दे थ्रू ਆਪਦੇ ਕਰੰਟ ਅਫੇਅਰਸ ਜਿਹੜੇ ਆ ਉਹ ਕਵਰ ਕਰਦੇ ਰਹੋ। ਠੀਕ ਹੈ, ਐਫਟੀਏ ਹੋਇਆ ਇੰਡੀਆ ਯੂਕੇ ਦਾ, ਵਾਟ ਇਜ਼ ਐਨ ਐਫਟੀਏ ਤੇ ਐਫਟੀਏ ਦੀ ਪ੍ਰੋਵੀਜ਼ਨਸ ਕਿਆ ਹੈ। ਸਿੱਧਾ ਪੀਪੀਐਸਸੀ ਦਾ 2021 ਦਾ ਪੇਪਰ ਦੇਖੋ, ਇੰਡੀਆ ਈਯੂ ਸਮਿਟ ਹੋਇਆ ਸੀ, ਸਿੱਧੀ ਉਹਦੀ ਮੇਨ ਪ੍ਰੋਵੀਜ਼ਨਸ ਤੇ ਕੁਐਸਚਨ ਆਇਆ ਸੀ। ਠੀਕ ਹੈ, ਸੋ ਪੀਸੀਐਸ ਵਾਲੇ ਬਹੁਤ ਜ਼ਿਆਦਾ ਡਿਗ ਇਨ ਵੀ ਨਹੀਂ ਕਰਦੇ ਆ ਕਰੰਟ ਅਫੇਅਰਸ 'ਚ। ਯੂਪੀਐਸਸੀ ਦਾ ਤਾਂ ਚਲੋ ਬੁਰਾ ਹਾਲ ਹੀ ਹੈ, ਕਿਤੋਂ ਵੀ ਪਾ ਦਿੰਦੇ ਆ, ਇਨ ਦਾ ਸੈਂਸ ਮਿਹਨਤ ਕੀਤੀ ਵੀ ਬਰਬਾਦ ਹੋ ਜਾਂਦੀ ਹੈ। ਬਟ ਪੀਪੀਐਸਸੀ 'ਚ ਇਹ ਹੈ ਕਿ ਜਿੰਨਾ ਤੁਸੀਂ ਪੜ੍ਹ ਕੇ ਜਾਓਗੇ, ਅਗਰ ਤੁਸੀਂ ਪੜ੍ਹ ਕੇ ਗਏ ਹੋ, ਯੂ ਵਿਲ ਡੈਫੀਨੇਟਲੀ ਸੀ ਕਿ ਬਈ ਰਿਜ਼ਲਟ ਮਿਲ ਰਿਹਾ ਹੈ। ਠੀਕ ਹੈ, ਸੋ ਇਸੇ ਲਈ ਇਟ ਇਜ਼ ਕਰੂਸ਼ਲ ਕਿ ਤੁਸੀਂ ਮੈਗਜ਼ੀਨਸ ਕਰੋ। ਸਾਡੇ ਕੋਲ ਵੀ, ਸਾਡੀ ਵੀ ਮੈਗਜ਼ੀਨਸ ਤੁਹਾਨੂੰ ਮਿਲ ਜਾਣਗੀਆਂ ਵੈਬਸਾਈਟ ਤੇ ਹੀ, ਰਾਈਟ? ਅਗਰ ਤੁਸੀਂ siddhipunjab.com ਤੇ ਜਾਓ, ਸਾਰੀਆਂ ਤੁਹਾਨੂੰ ਪਿਛਲੇ ਸਾਲ ਤੋਂ ਲੈ ਕੇ ਮੈਗਜ਼ੀਨਸ ਮਿਲ ਜਾਣਗੀਆਂ, ਉੱਥੋਂ ਵੀ ਕਵਰ ਕਰ ਸਕਦੇ ਹੋ। ਨਾਓ ਨੈਕਸਟ ਪਾਰਟ ਆ ਜਾਂਦਾ ਮੇਨਸ ਦੀ ਰਿਵੀਜ਼ਨ। ਠੀਕ ਹੈ, ਇਸ ਇੱਥੇ ਆਪਣਾ ਪ੍ਰੀਲਿਮਸ ਜਿਹੜਾ ਮੋਸਟਲੀ ਕੰਸੋਲੀਡੇਟ ਹੋ ਗਿਆ। ਹੁਣ ਅਸੀਂ ਮੇਨਸ ਵੀ ਨਾਲ ਪੈਰਲਲੀ ਚਲਾਣਾ ਹੈ, 3 ਤੋਂ 4 ਘੰਟੇ ਅਸੀਂ ਮੇਨਸ ਨੂੰ ਵੀ ਦਵਾਂਗੇ। ਅਗਰ ਤੁਸੀਂ ਉਸ ਸਟੇਜ ਤੋਂ ਕਿ ਮੇਨਸ ਦਾ ਹਜੇ ਸਿਲੇਬਸ ਵੀ ਨਹੀਂ ਸ਼ੁਰੂ ਕੀਤਾ, ਸੋ ਪਲੀਜ਼ ਸਟਾਰਟ ਕਵਰਿੰਗ ਦਾ ਸਿਲੇਬਸ। ਅਗਰ ਤੁਸੀਂ ਉਸ ਸਟੇਜ ਤੇ ਹੋ, 1 ਸਾਲ ਪਲੱਸ ਵਾਲੇ ਬੱਚੇ ਜਿਹੜੇ ਕਿ ਸਿਲੇਬਸ ਕੰਪਲੀਟ ਕਰ ਚੁੱਕੇ ਨੇ, then you have to start revising and writing daily, right? बहुत crucial है, please ये चीज ਨੂੰ ignore ना करो, this is going to decide your rank also। STM ਤੁਸੀਂ बनना है कि इंस्पेक्टर बनना है, ਉਹ ਇਹੀ ਦੱਸੇਗਾ। ਮੇਨਸ ਦੇ ਮਾਰਕਸ ਹੀ ਜੁੜਦੇ ਹੈ, ਰਾਈਟ? ਇੰਟਰਵਿਊ ਦੇ ਮਾਰਕਸ ਜਿਹੜੇ ਹੈ ਉਹ ਕੁਝ ਹੱਦ ਤੱਕ ਹੀ ਮੈਟਰ ਕਰਦੇ ਹੈ, ਲਾਰਜਰ ਪੋਰਸ਼ਨ ਮੇਨਸ ਮਾਰਕਸ ਦਾ ਹੈ। ਸਾਡਾ ਐਗਜ਼ਾਮ ਕਲੀਅਰ ਹੋ ਰਿਹਾ ਹੈ ਕਿ ਨਹੀਂ ਹੈ, ਇਹ ਮੇਨਲੀ ਮੇਨਸ ਡਿਸਾਈਡ ਕਰਦਾ ਹੈ। ਸਾਡੀ ਰੈਂਕ ਕਿੰਨੀ ਜਾ ਰਹੀ ਹੈ, ਮੋਸਟਲੀ ਮੇਨਸ। ਠੀਕ ਹੈ, ਇੰਟਰਵਿਊ ਛੋਟੀ ਰੇਂਜ ਹੁੰਦੀ ਹੈ ਵੇਰੀਏਸ਼ਨ ਦੀ, ਇੰਟਰਵਿਊ ਵੀ ਮੈਟਰ ਕਰਦਾ ਹੈ, ਬਟ ਉਹ ਬਾਅਦ ਦੇ ਵਿੱਚ ਬਹੁਤ ਹੀ ਡਿਫਰੈਂਟ ਕਾਈਂਡ ਆਫ ਪਰਸਨੈਲਿਟੀ ਬਿਲਡਿੰਗ ਚਾਹੀਦੀ ਹੈ। ਦੈਟ ਇਜ਼ ਅ ਡਿਫਰੈਂਟ ਗੇਮ ਆਲ ਟੂਗੇਦਰ। ਮੇਨਸ ਤੇ ਆਪਣਾ ਕੰਟਰੋਲ ਰਹਿੰਦਾ ਹੈ, ਇੰਟਰਵਿਊ ਤੇ ਫੇਰ ਵੀ ਬਹੁਤ ਪ੍ਰੈਪਰੇਸ਼ਨ ਤੋਂ ਬਾਅਦ ਵੀ ਕੈਨੋਟ ਬੀ ਸ਼ੋਰ। ਸੋ ਇਸੀलिए ਮੇਨਸ ਤੇ ਕਾਫੀ ਫੋਕਸ ਕਰੋ। ਨਾउ ਲਾਸਟ ਪਾਰਟ ਬਚ ਜਾਂਦਾ ਪ੍ਰੀਲਿਮਸ ਦੇ ਲਈ, ਉਹ ਹੈ ਸੀਸੈਟ। ਬਹੁਤ ਸਾਰੇ ਬੱਚਿਆਂ ਦਾ ਸੀਸੈਟ ਨਾउ ਇਜ਼ ਕੁਆਲੀਫਾਈਂਗ ਇਟਸੈਲਫ, ਸੋ ਅਸੀਂ ਡਿਸਪ੍ਰੋਪੋਰਸ਼ਨੇਟ ਟਾਈਮ ਇਹਨੂੰ ਨਹੀਂ ਦੇਣਾ ਹੈ। ਮੈਂ ਲਾਸਟ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ, ਅਕੋਰਡਿੰਗ ਟੂ ਯੋਰ ਲੈਵਲ ਯੂ ਗਿਵ ਟਾਈਮ ਟੂ ਸੀਸੈਟ, ਮੋਸਟਲੀ ਕੀਪ ਇਟ ਫॉर ਵੀਕਐਂਡਸ। ਠੀਕ ਹੈ, ਨਾउ ਆਈ ਗਿਵ ਯੂ ਦਾ ਸ਼ੈਡਿਊਲ। ਤੇ ਇੱਕ ਚੀਜ਼ ਧਿਆਨ ਰੱਖੋ, ਜਿਹੜਾ ਮੇਰਾ ਸ਼ੈਡਿਊਲ ਹੈ that will focus on your static prelims subjects। ठीक है, so polity is ਸਭ ਤੋਂ ਇੰਪੋਰਟੈਂਟ ਸਬਜੈਕਟ। 10-15 ਕੁਐਸਚਨਸ ਜੇ ਇਹ ਤੋਂ ਹੀ ਆ ਜਾਣ, ਆਪਣੀ ਵਾਹ ਹੋ ਜਾਂਦੀ ਹੈ। ਠੀਕ ਹੈ, ਇਹੀ ਸਟੈਟਿਕ ਕੁਐਸਚਨ ਹੈ ਜਿਹੜੇ ਤੁਹਾਨੂੰ ਬਚਾਣਗੇ, ਕਰੰਟ ਅਫੇਅਰ ਵਾਲਿਆਂ ਨੇ ਤੁਹਾਡੇ ਲਈ ਕੁਝ ਨਹੀਂ ਕਰਨਾ ਹੈ। ਦੈਨ ਮਾਡਰਨ ਹਿਸਟਰੀ ਦੇ ਕੁਐਸਚਨ ਆਉਂਦੇ ਹੀ ਹੈ, एंशिएंट मिडीवल वर्ल्ड हिस्ट्री, ये पूरी हिस्ट्री का पार्ट ਅਸੀਂ कवर करना है। जोग्राफी, इकोनॉमी, ਸਾਇੰਸ ਟੈਕ ਜਿਹਨੂੰ ਆਪਾਂ ਕਹਿੰਦੇ ਆ, এনवायरमेंट, ਰਾਈਟ? ਬਾਕੀ ਆਈਆਰ ਨੂੰ ਆਪਾਂ ਕਰੰਟ ਅਫੇਅਰ ਦਾ ਇਕੁਇਵਲੈਂਟ ਵੀ ਕੰਸੀਡਰ ਕਰ ਸਕਦੇ ਹਾਂ। ਕਰੰਟ ਅਫੇਅਰਸ ਚ ਮੋਸਟਲੀ ਜੋ ਹੋ ਰਿਹਾ ਹੈ ਉਹ ਆਪਣਾ ਆਈਆਰ ਦਾ ਪਾਰਟ ਪੁੱਛਿਆ ਜਾਂਦਾ ਹੈ, ਰਾਈਟ? ਸਟੈਟਿਕ ਸਾਡੀ ਮੇਨਸ ਦੇ ਵਿੱਚ ਕਾਫੀ ਕੰਮ ਆਉਂਦੀ ਹੈ, ਬਾਕੀ ਜਿਹੜਾ ਆਈਆਰ ਦੀ ਕਰੰਟ ਡਿਵੈਲਪਮੈਂਟਸ ਹੋ ਰਹੀਆਂ ਹੈ ਉਹ ਤੇ ਮੇਨ ਕੁਐਸਚਨ ਆਣਗੇ। ਹੁਣ ਲੜਾਈ ਹੋਈ ਤਾਂ ਵੈਪਨ ਸਿਸਟਮਸ ਤੇ ਕੁਐਸਚਨ ਆ ਸਕਦੇ ਹੈ, ਚਾਹੇ ਉਹਨੂੰ ਸਾਇੰਸ ਚ ਕੰਸੀਡਰ ਕਰ ਲਓ, ਚਾਹੇ ਆਈਆਰ ਦੇ ਵਿੱਚ। I have already given you weapon systems the list, right? So that you have to right? That is how you have to proceed for this. Now let me share the schedule also with you.
ठीक है। सो मई, दिस शेड्यूल इज स्टार्टिंग फ्रॉम 19th ऑफ मई, राइट। ਅੱਜ ਜਦੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ 17th of ਮਈ ਨੂੰ ਇਹ ਵੀਡੀਓ ਦੇਖੋਗੇ ਤੁਸੀਂ। ਸੋ ਆਈ ਐਮ ਗਿਵਿੰਗ ਯੂ ਸਮ ਟਾਈਮ ਟੂ ਪ੍ਰਿਪੇਅਰ yourself mentally and all। ਮੰਡੇ ਤੋਂ ਇਹ ਤੁਸੀਂ ਸ਼ਡਿਊਲ ਜਿਹੜਾ ਹੈ ਆਪਦਾ ਸ਼ੁਰੂ ਕਰ ਲਓ। this is monday, here is where you are going to start this schedule। ਠੀਕ ਹੈ। ਸੋ ਸਭ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਸਬਜੈਕਟ ਸਾਡਾ ਪੋਲਿਟੀ ਹੀ ਅਸੀਂ ਕਰਾਂਗੇ, ਰਾਈਟ। 19th ਤੋਂ ਪੋਲਿਟੀ ਸ਼ੁਰੂ ਹੋ ਜਾਏਗਾ, ਰਾਈਟ। ਆਲਮੋਸਟ 10 to 11 ਡੇਜ਼ ਮੈंने ਤੁਹਾਨੂੰ ਪੋਲਿਟੀ ਲਈ ਦਿੱਤੇ ਆ, ਬਿਕੋਜ਼ ਪੋਲਿਟੀ ਇਜ਼ ਅ ਬਿਗ ਸਬਜੈਕਟ। ਲక్ష్ਮੀਕਾਂਤ ਦੀ ਬੁੱਕ ਹੈ ਜਿਹੜੀ ਤੁਸੀਂ ਸਾਰੀ ਕਰਨੀ ਹੀ ਹੈ ਪ੍ਰੀਲਿਮਸ ਲਈ, ਠੀਕ ਹੈ। ਬਹੁਤ ਈਜ਼ੀ ਲੈਵਲ ਦੇ ਆਉਂਦੇ ਆ ਮੋਸਟਲੀ ਪੰਜਾਬ ਪੀਸੀਐਸ ਦੇ ਪ੍ਰੀਲਿਮਸ ਚ ਕੁਐਸਚਨ, ਦੇ ਆਰ ਈਜ਼ੀਲੀ ਡੂਏਬਲ, ਠੀਕ ਹੈ। ਸੋ ਉਹਨੂੰ ਸਾਰਾ ਕਵਰ ਕਰੋ। 10 ਦਿਨ ਹੈ, ਅਗਰ ਲੈਟਸ ਸੇ ਕਿ ਤੁਹਾਡੀ ਬੁੱਕ ਦੇ 60 ਚੈਪਟਰ ਹੈ, डेली का टारगेट रखो कि मैंने 6 चैप्टर तक करने ही है। किसी दिन 6 तो ज्यादा भी हो जाएंगे क्योंकि इनिशियल चैप्टर छोटे है, किसी दिन 6 तो थोड़े घट हो सकते हैं क्योंकि पार्लियामेंट जे चैप्टर वड्डे है, राइट। जेडे बच्चे ऑलरेडी क्लासेस ला चुके हैं साडे नाल, तुहाडे कोल शॉर्ट नोट्स ऑलरेडी होने हैं, तुसीं सिर्फ आपदे शॉर्ट नोट्स रिवाइज करने हैं। एंड तुहानू इवन इन्ने डेज लगणगे भी नहीं अगर तुसीं ऑलरेडी साडा क्रैश कोर्स ला चुके हो, क्योंकि सब कुछ प्रिपेयर्ड है, नोट्स प्रिपेयर्ड ने, एक बार ऑलरेडी पढ़ चुके। रिविजन च हुण इन्ने दिन लगेंगे नहीं। यू कैन हैव इवन मोर फोकस ऑन मेन्स ते ज्यादा टाइम दे सकते हो इस टाइम ते, प्रीलिम्स ते होर आवर्स कट कर सकते हो। बट फॉर अदर स्टूडेंट्स दिस इज दी स्ट्रैटेजी। पहला पॉलिटी शुरू करो 19 तो लैके चैप्टर वाइज चैप्टर अगे वधदे रहो एंड टेस्ट नाल दे नाल इनकॉर्पोरेट करने हैं। सो फर्स्ट टेस्ट सैटरडे नु दियो, पॉलिटी दा ही सैक्शनल टेस्ट ही तुसी देना है, ठीक है। ਜਿਹੜੀ ਚੀਜ਼ ਪੜ ਰਹੇ ਆ ਉਹਨੂੰ ਇੰਪਲੀਮੈਂਟ ਵੀ ਤਾਂ ਕਰਕੇ ਦੇਖੀਏ ਕੁਝ ਪੱਲੇ ਪੈ ਰਿਹਾ ਕਿ ਨਹੀਂ। ਅਗਰ ਕੁਝ ਨਹੀਂ ਆ ਰਿਹਾ ਤਾਂ ਆਪਾਂ ਨੂੰ ਪਤਾ ਤਾਂ ਚੱਲੇਗਾ, ਅੱਛਾ ਮੈਂ ਇਹ ਬੁੱਕ ਆਇਮ ਪੜ੍ਹੀ ਗਿਆ ਬਟ ਐਵੇਂ ਨਹੀਂ ਪੜ੍ਹਨਾ ਸੀ। ਦਿਸ ਇਜ਼ ਦੀ ਫੈਕਟਸ ਦੈਟ ਆਈ ਹੈਵ ਟੂ ਕੀਪ ਇਨ ਮਾਈਂਡ ਫॉर ਪ੍ਰੀਲਿਮਸ। ਇਹ ਕੁਝ ਇੰਪੋਰਟੈਂਟ ਸਟੋਰੀ ਤਾਂ ਸਭ ਨੂੰ ਪਤਾ ਹੁੰਦੀ ਹੈ, ਬਟ ਗੱਲ ਹੈ ਕਿ ਉਹ ਆਪਾਂ ਨੂੰ ਫੈਕਟਸ ਯਾਦ ਰਹਿਣ ਐਕਚੁਅਲ ਜੀ ਤੇ ਕੁਐਸਚਨ ਆਂਦਾ ਹੈ, ਠੀਕ ਹੈ। ਸੋ ਇਹ ਫਰਸਟ ਟੈਸਟ ਹੋ ਜਾਏਗਾ। ਸੋ ਕੰਟੀਨਿਊ योर ਪੋਲਿਟੀ ਟਿਲ 28th ऑफ May एंड देन गिव द सेकंड टेस्ट, राइट। ਇਹਦੇ ਨਾਲ ਸਾਡੀ ਪੋਲਿਟੀ ਇੱਕ ਵਾਰ ਪੂਰੀ ਰਿਵਾਈਜ਼ ਹੋ ਗਈ, 2 ਟੈਸਟ ਹੋ ਗਏ। ਟੈਸਟਸ ਆਰ ਆਲਸੋ ਇਕੁਇਵਲੈਂਟ ਟੂ ਰਿਵੀਜ਼ਨ, ਠੀਕ ਹੈ। ਦੇਖੋ ਟੈਸਟ ਲਈ ਵੀ ਮੈਂ ਪੂਰਾ ਪੂਰਾ ਦਿਨ ਦਿੱਤਾ ਹੈ। आई एम नॉट टेलिंग यू टू डू ਪ੍ਰੀਲਿਮਸ ਦਾ ਹੋਰ ਕੋਈ ਚੀਜ਼ ਇਸ ਦਿਨ। why? because you need to write 2 hour ਦਾ ਟੈਸਟ ਆਲਸੋ, then 4 ਘੰਟੇ ਐਟਲੀਸਟ ਇਹਦੇ ਐਨਾਲਿਸਿਸ ਤੇ ਲਾਓ। ਕਿਹੜੇ ਕੁਐਸਚਨ ਗਲਤ ਹੋਏ, ਕਿਹੜੇ ਕੁਐਸਚਨ ਤੁਸੀਂ ਛੱਡੇ, ਕਿਉਂ ਛੱਡੇ ਗਏ, ਵਾਈ ਡਿਡ ਯੂ ਨਾਟ ਨੋ ਅਬਾਊਟ them, ਕਿਉਂਕਿ ਲక్ష్ਮੀਕਾਂਤ ਚੋਂ ਸਿੱਧਾ ਕੁਐਸਚਨ ਆ ਰਿਹਾ ਤਾਂ ਕਿਉਂ ਨਹੀਂ ਤੁਹਾਨੂੰ ਆ ਰਿਹਾ ਹੈ, ਰਾਈਟ। ਅਗਰ ਬਾਹਰੋਂ ਆਇਆ ਸੀ ਨਵਾਂ ਕਨਸੈਪਟ ਆ ਗਿਆ ਤਾਂ ਉਹਨੂੰ ਆਪਦੇ ਨੋਟਸ ਦੇ ਵਿੱਚ ਐਡ ਕਰ ਲਓ, ਠੀਕ ਹੈ। ਬਹੁਤ ਸਾਰੇ ਕੁਐਸਚਨ ਹੁੰਦੇ ਆ ਜਿਹੜੇ ਆਊਟ ਆਫ योर ਲక్ష్ਮੀਕਾਂਤ ਜਾਂ ਆਊਟ ਆਫ योर ਨੌਲੇਜ ਆਣਗੇ। डोंट गेट स्कैर्ड। लगूगा कि जी मैंने तो कुछ ही नहीं आता, 50% ऑफ पेपर बाहरों ही है, बट ਉਹਦੇ ਨਾਲ ਡਰਨਾ ਨਹੀਂ ਹੈ। ਉਹ ਵਾਲੀ ਚੀਜ਼ ਨੂੰ ਆਪਦੇ ਨੋਟਸ ਹੋਰ ਐਡ ਕਰ ਲਓ। ਆਈਪੀਸੀ ਤੇ ਆ ਗਿਆ, ਸੀਆਰਪੀਸੀ ਤੇ ਆ ਗਿਆ, ਭਾਰਤੀ ਨਿਆਂ ਸੰਹਿਤਾ ਤੇ ਆ ਗਿਆ, ਨਿਊ ਡਿਵੈਲਪਮੈਂਟਸ ਦੇ ਕੁਐਸਚਨ ਵੀ ਆਉਂਦੇ ਨੇ, ਠੀਕ ਹੈ। ਸੋ ਅੱਧੇ ਤਾਂ ਕਰੰਟ ਅਫੇਅਰਸ ਚ ਕਵਰ ਹੋ ਜਾਣਗੇ, ਅੱਧੇ ਯੂ ਕੈਨ ਐਡ, राइट। नाउ इत्थों तक साडा पॉलिटी हो गया है 19th मई तो लैके 28th मई तक, राइट। 29th ਨੂੰ ਅਸੀਂ ਟੈਸਟ ਦਵਾਂਗੇ, then 30th ਤੋਂ ਅਸੀਂ ਨੈਕਸਟ ਸਬਜੈਕਟ ਸ਼ੁਰੂ ਕਰਾਂਗੇ, that is our next important subject geography, राइट। 30th मई तो ਅਸੀਂ geography शुरू करके we will continue geography till 7th जून, ਰਾਈਟ। ਆਲਮੋਸਟ 8-9 ਦਿਨ ਮੈਂ ਤੁਹਾਨੂੰ ਇਹਦੇ ਲਈ ਫੇਰ ਦਿੱਤੇ ਨੇ। 2 ਟੈਸਟ ਤੁਸੀਂ ਜੀਓਗ੍ਰਾਫੀ ਦੇ ਵਿੱਚ ਇਨਕੋਰਪੋਰੇਟ ਕਰਨੇ ਆ, ਇੱਕ 4th ਨੂੰ ਦੋ, ਰਾਈਟ। ਹਾਫ ਆਫ ਕਰਕੇ ਮਤਲਬ ਆਪਾਂ ਟੈਸਟ ਦਿੰਨੇ ਰਹਿੰਨੇ ਹੈ, ਇੱਕ ਤੁਸੀਂ ਸੈਟਰਡੇ ਨੂੰ ਦੋ, ठीक है। इस तरीके नाल तुहाडा सेकंड सब्जेक्ट ज्योग्राफी भी कंसोलिडेट हो जाएगा। देन स्टार्ट विद द थर्ड इंपॉर्टेंट सब्जेक्ट दैट इज इकोनॉमी, राइट। नाउ इकोनॉमी इज मोस्टली कंसेप्चुअल हैगा है, ता इस ते यू नो ज़्यादा टाइम नहीं लगता है, इसीलिए इनू मैं थोड़े जे घट दिते है। बट ਜਿਹੜੇ ਬੱਚੇ फर्स्ट टाइम ही रिवाइज वगैरह कर रहे हैं, पढ़ रहे हैं, उन्होंने टाइम लग सकता है। बेसिक कॉन्सैप्ट्स ते फोकस करो। जीडीपी क्या हुंदा है, इन्फ्लेशन क्या हुंदा है, वेरियस टाइप्स ऑफ इन्फ्लेशनस क्या हैगियां ने, राइट। एमएसपी क्या है, सीएसीपी क्या हुंदी है, राइट। एग्रीकल्चर दे इशूज क्या है, बेसिक बेसिक चीज़ां करो जो प्रीलिम्स च आउणगियां। ज़्यादा डिटेल एग्रीकल्चर का एनालिसिस हो गया जिवें वो तो मेन्स च आना है, प्रीलिम्स च नहीं आना। प्रीलिम्स ਦੇ ਲਈ ਤੁਹਾਨੂੰ ਸਾਰੀ ਫੈਕਚੁਅਲ ਚੀਜ਼ਾਂ ਦੇ ਯੂ نو ਨਾਮ ਪਤਾ ਹੋਣੇ ਚਾਹੀਦੇ। ट्रिकल डाउन थ्योरी क्या है, राइट। ऐसे जो टेक्निकल टर्म्स है, सीआरआर क्या है, एसएलआर क्या है, राइट। सो फोकस ऑन दैट, ठीक है। फर्स्ट टेस्ट फिर इकोनॉमी ਦਾ ਵੈਡਨਸਡੇ ਨੂੰ ਦੋ ਐਂਡ ਦੈਨ ਸੰਡੇ ਨੂੰ ਇਕੋਨॉमी विल बी डन। देन स्टार्ट दी 4th सब्जेक्ट 16th जून तो लैके मॉडर्न हिस्ट्री शुरू करो। मॉडर्न हिस्ट्री ਨੂੰ ਫਿਰ ਤੁਹਾਨੂੰ ਮੈਂ ਹਫਤਾ ਭਰ ਦੇ ਦਿੱਤਾ ਹੈ, ਰਾਈਟ। ਸੋ ਸਾਰੀ ਦੀ ਸਾਰੀ ਤੁਹਾਡੀ ਮਾਡਰਨ ਹਿਸਟਰੀ ਦੀ
ਅਗਰ ਤੁਸੀਂ ਸਪੈਕਟਰਮ ਚੋਂ ਕਰ ਰਹੇ ਹੋ ਤਾਂ ਸਪੈਕਟਰਮ ਚੋਂ ਕਰ ਲਓ, ਰਾਈਟ। ਕਈ ਬੱਚੇ ਸਪੈਕਟਰਮ ਨਹੀਂ ਕਰਦੇ ਹੈ, ਬਿਪਿਨ ਚੰਦਰਾ ਚੋਂ ਕਰ ਰਹੇ ਨੇ, ਸੋ ਯੂ ਕੈਨ ਟੇਕ ਅ ਬਿਪਿਨ ਚੰਦਰਾ ਆਲਸੋ, राइट। बस ये कहूंगी मैं, जेडे बच्चे बिपिन चंद्रा पढ़ रहे हैं, विपिन चंद्रा इज अ वेरी गुड बुक, नो नीड टू वरी इफ यू हैव कवर्ड विपिन चंद्रा मल्टीपल टाइम्स, बट स्पेक्ट्रम दे टेबल्स वगैरह जरूर देख लियो, ठीक है। स्पेक्ट्रम इज सेम, ਉਹੀ ਬਿਪਿਨ ਚੰਦਰਾ ਜਿਹੜੀ ਹੈ ਥੋੜੀ ਕੰਪਰੈਸ ਕਰਕੇ ਉਹਨਾਂ ਨੇ ਦੇ ਦਿੱਤੀ ਹੈ, ਬਸ ਇੱਕ ਦੋ ਇਹਨਾਂ ਦੇ ਟੇਬਲਸ ਵਗੈਰਾ ਬਹੁਤ ਅੱਛੇ ਬਣੇ ਹੋਏ ਨੇ, ਜਿਵੇਂ ਨਿਊਜ਼ਪੇਪਰਸ ਦਾ ਇੱਕ ਸਪੈਸ਼ਲ ਟੇਬਲ ਦੇ ਦੇਣਗੇ, ਰਾਈਟਰਸ ਦਾ, ਸੋਸ਼ਲ ਰਿਫਾਰਮਿਸਟ ਦਾ, ਉਸ ਤੋਂ ਡਾਇਰੈਕਟ ਪ੍ਰੀ ਦੇ ਕੁਐਸਚਨ ਬਣਦੇ ਹੈ, ਠੀਕ ਹੈ। ਅਸੀਂ ਕ੍ਰੈਸ਼ ਕੋਰਸ ਚ ਤਾਂ ਤੁਹਾਨੂੰ ਦਿੱਤੇ ਹੀ ਸੀ, ਜਿਹੜੇ ਬੱਚੇ ਖੁਦ ਪੜ੍ਹਾਈ ਕਰ ਰਹੇ ਨੇ, ਐਡ ਦੋਸ ਟੂ ਯੋਰ ਰੀਡਿੰਗਸ, ਮॉडर्न हिस्ट्री विल बी डन, ठीक है। इस तो बाद एंशियंट मिडीवल हिस्ट्री शुरू कर लैनी है ਅਸੀਂ, ठीक है। दो ही बुक्स है ਇਹਦੀਆਂ, 11th ਤੇ 12th ਦੀ ओल्ड NCERTs, ਉਹ ਕਰ ਲਓ ਤਾਂ ਬਹੁਤ ਹੈ, right। I have already given you complete notes of old NCERTs in this crash course itself, ਬਹੁਤ ਹੀ ਛੋਟੇ ਛੋਟੇ concise notes ਤੇ ਮੈਂ ਤੁਹਾਨੂੰ ਟ੍ਰਿਕਸ ਦੇ ਨਾਲ ਉਹ ਸਾਰੇ ਪੜ੍ਹਾਏ ਵੀ ਨੇ, ਸੋ ਯੂ ਕਵਰ दैट। ਉਸ ਤੋਂ ਜ਼ਿਆਦਾ ਜ਼ਰੂਰੀ ਉਸ ਤੋਂ ਜ਼ਿਆਦਾ ਉੱਤੇ ਕੁਝ ਵੀ ਨਹੀਂ ਆਏਗਾ। ਜਿਹੜੇ ਬੱਚੇ ਬੁੱਕਸ ਪੜ੍ਹ ਰਹੇ ਆ, ਇਹਨਾਂ ਬੁੱਕਸ ਚੋਂ ਸ਼ਾਰਟ ਨੋਟਸ ਪਲੀਜ਼ ਬਣਾ ਲਓ, ਹਰ ਬੁੱਕ ਜੋ ਪੜ੍ਹ ਰਹੇ ਹੋ, ਜੋ ਤੁਹਾਨੂੰ ਲੱਗਦਾ ਹੈ ਕਿ ਇਹ ਏਰੀਆ ਪ੍ਰੀਲਿਮਸ ਚ ਪੁੱਛਿਆ ਜਾ ਸਕਦਾ ਹੈ। ਲੈਟਸ ਸੇ ਇੰਡਸ ਵੈਲੀ ਸਿਵਲਾਈਜੇਸ਼ਨ ਸਾਈਟਸ ਪੜ੍ਹ ਰਹੇ ਹੋ, ਹਰ ਸਾਈਟ ਦੇ ਕੀ ਫੀਚਰਸ ਪਤਾ ਹੋਣੇ ਚਾਹੀਦੇ, ਕਿਉਂਕਿ ਉਹ ਤੇ ਕੁਐਸਚਨ ਆਉਂਦਾ ਹੈ, ਦੇ ਵਿਲ ਆਸਕ ਯੂ ਲੈਟਸ ਸੇ ਕਿ ਬਈ ਸਿਲੈਂਡਰੀਕਲ ਸੀਲ, ਵਿਚ ਆਫ ਦੀ ਫੋਲੋਇੰਗ ਸਿਟੀਜ਼ ਵਿਟਨੈਸ ਦੀ ਸਿਲੈਂਡਰੀਕਲ ਸੀਲ, ਜਾਂ ਸਿਲੈਂਡਰੀਕਲ ਸੀਲ ਜਿਹੜੀ ਆਪਾਂ ਇਹਨਾਂ ਚੋਂ ਕਿਹੜੀ ਹਰਪਨ ਸਾਈਟ ਤੇ, ਕਿਹੜੀ ਵੈਲੀ ਦੀ ਸਾਈਟ ਤੇ, ਇੰਡਸ ਵੈਲੀ ਸਾਈਟ ਤੇ ਪਾਈ ਗਈ ਹੈ। they'll give you 4 options: Daimabad, Dholavira, Chandaro, Mohenjo-daro. You have to select. So अगर तुसी इन्ना दे फीचर्स पढ़े होंगे कि इत्थे क्या क्या एक्सकेवेशंस हुई हैं, then only you can answer. So शॉर्ट च बना के रखना है, बुक च तो पूरी स्टोरी लिखी होंदी है, स्टोरी अपने दिमाग च रहिंदी है, बट फैक्ट्स सानू शॉर्ट नोट्स दे थ्रू याद रखने हैं, ਉਹੀ ਤੁਸੀਂ ਇਸ ਟਾਈਮ ਤੇ ਰਿਵਾਈਜ਼ ਕਰਨਾ ਹੈ ਬੇਸਿਕਲੀ, ਰਾਈਟ। that is done now। so ਜੂਨ ਦੇ ਵਿੱਚ ਤੁਹਾਡੀ ਮੇਜਰ ਸਾਰੇ ਸਬਜੈਕਟਸ, ਜੀਓਗ੍ਰਾਫੀ, ਹਿਸਟਰੀ, ਇਕੋਨਮੀ, ਪੋਲਿਟੀ, ਜੂਨ ਤੱਕ ਸਾਰੇ ਕੰਪਲੀਟ ਹੋ ਚੁੱਕੇ ਨੇ, ਠੀਕ ਹੈ। ਹੁਣ ਸਾਇੰਸ ਤੇ ਟੈਕ ਤੇ ਇਨਵਾਇਰਨਮੈਂਟ ਮੇਜਰ ਸਬਜੈਕਟ ਹੈ, ਜਿਹੜਾ ਰਹਿ ਗਿਆ ਉਹ ਵੀ ਜੁਲਾਈ ਦੇ ਪਹਿਲੇ 15 ਦਿਨ ਚ ਹੋ ਜਾਊਗਾ। ਸੋ ਦੇਖੋ, ਅਗਰ ਐਗਜ਼ਾਮ ਜਲਦੀ ਆ ਵੀ ਜਾਂਦਾ ਹੈ, ਸਟਿਲ ਯੂ ਹੈਵ ਕੰਪਲੀਟਡ ਥੀਸ ਸਬਜੈਕਟਸ ਬਾਈ ਜੁਲਾਈ ਇਟਸੈਲਫ, ਰਾਈਟ। ਸੋ ਨੈਕਸਟ ਦੋ ਸਬਜੈਕਟਸ ਤੁਹਾਨੂੰ ਸਾਇੰਸ ਤੇ ਇਨਵਾਇਰਨਮੈਂਟ ਦੇ ਦਿੱਤੇ ਆ ਮੈਂ, ਲਗਾਤਾਰ ਇਹਨਾਂ ਨੂੰ ਪੜ੍ਹੋ ਤੇ ਇੱਕ ਇੱਕ ਟੈਸਟ ਇਹਨਾਂ ਦਾ ਸੰਡੇ ਨੂੰ ਕੰਪਲੀਸ਼ਨ ਤੋਂ ਬਾਅਦ ਦੇਣਾ ਹੈ, ਰਾਈਟ। ਸਾਇੰਸ ਦਾ ਇੱਕ, ਇਨਵਾਇਰਨਮੈਂਟ ਦਾ ਇੱਕ, ਰਾਈਟ। ਸੋ ਇਹਨਾਂ 'ਚ ਵੀ ਫੈਕਚੁਅਲ ਚੀਜ਼ਾਂ ਤੇ ਜ਼ਿਆਦਾ ਫੋਕਸ ਕਰੋ, ਜਿਵੇਂ ਸਾਇੰਸ ਵਗੈਰਾ, ਬੇਸਿਕ ਸਾਇੰਸਿਸ 'ਚ ਅਗਰ ਤੁਸੀਂ ਦੇਖੋ, ਮਿਨਰਲਸ ਤੇ ਕੁਐਸਚਨ ਆ ਗਏ, ਸੈਲਸ ਤੇ ਕੁਐਸਚਨ ਆ ਗਏ, ਵਿਟਾਮਿਨਸ ਤੇ ਕੁਐਸਚਨ ਆ ਗਏ, ਹਾਰਮੋਨਲ ਜਿਹੜੀ ਚੀਜ਼ਾਂ ਹੈ ਉਹਨਾਂ ਤੇ ਕੁਐਸਚਨ ਆ ਗਏ, ਪਲਾਂਟ ਵਿਟਾਮਿਨਸ ਤੇ ਕੁਐਸਚਨ ਆ ਗਏ, ਰਾਈਟ। ਇਹ ਜੀ ਫੈਕਚੁਅਲ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਕੇ ਸ਼ਾਰਟ ਨੋਟਸ ਬਣਾ ਲਓ, ਰਾਈਟ। ਇਨਵਾਇਰਨਮੈਂਟ ਤੇ ਅਗੇਨ ਨੈਸ਼ਨਲ ਪਾਰਕਸ, ਵਾਈਲਡ ਲਾਈਫ ਸੈਂਚੁਰੀਜ਼, ਸਪੀਸ਼ੀਜ਼, ਇਹਨਾਂ ਦੀ ਇੱਕ ਲਿਸਟ ਹੀ ਤਿਆਰ ਕਰ ਲਓ। ਫਿਰ ਪੂਰੀ ਟਾਈਮਲਾਈਨ ਜਿਹੜੀਆਂ ਅਗਰੀਮੈਂਟਸ ਇੰਟਰਨੈਸ਼ਨਲ ਲੈਵਲ ਤੇ ਹੋਈਆਂ ਹੈ, ਸਪੈਸ਼ਲੀ UNFCCC ਤੋਂ ਸ਼ੁਰੂ ਕਰਕੇ 1992 ਤੋਂ ਸ਼ੁਰੂ ਕਰਕੇ ਜਿੰਨੇ ਵੀ ਹੋਏ, ਕੋਇਟੋ ਪ੍ਰੋਟੋਕੋਲ, ਮੌਂਟਰੀਅਲ ਪ੍ਰੋਟੋਕੋਲ, ਵਿਆਨਾ ਕਨਵੈਨਸ਼ਨ, ਰੋਟਰਡੈਮ ਕਨਵੈਨਸ਼ਨ, ਬੇਸਲ ਕਨਵੈਨਸ਼ਨ, ਇਹ ਡਿਫਰੈਂਟ ਚੀਜ਼ਾਂ, ਸਿਰਫ ਕੀ ਤੁਹਾਨੂੰ ਪਤਾ ਹੋਣਾ ਚਾਹੀਦਾ, what is it related to। ਲੈਟਸ ਸੇ ਮੈਂ ਤੁਹਾਨੂੰ ਪੁੱਛ ਲਾ ਕਿ ਬਈ ਸਾਈਟਸ ਕਿਸ ਨਾਲ ਰਿਲੇਟਡ ਹੈ, ਡੂ ਯੂ ਨੋ ਅਬਾਊਟ ਇਟ, ਰਾਈਟ। ਸੋ ਇਹ ਜੀ ਚੀਜ਼ਾਂ ਪਤਾ ਹੋਣੀ ਚਾਹੀਦੀਆਂ ਤੁਹਾਨੂੰ, ਬਹੁਤ ਜ਼ਿਆਦਾ ਡੈਪਥ ਚ ਨਹੀਂ ਪੁੱਛਿਆ ਜਾਂਦਾ, ਉਹ ਕਰੰਟ ਦੀ ਚੀਜ਼ਾਂ ਬਾਰੇ ਪੁੱਛਿਆ ਜਾਂਦਾ ਹੈ, ਜਿਹੜੇ 올ਡ ਹੋ ਚੁੱਕੇ ਨੇ ਕਨਵੈਨਸ਼ਨਸ ਵਗੈਰਾ, ਉਹਦੀ ਆਪਾਂ ਨੂੰ ਬੇਸਿਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਕੁਏਟੋ ਪ੍ਰੋਟੋਕੋਲ ਅਗਰ ਮੈਂ ਤੁਹਾਨੂੰ ਪੁੱਛ ਲਾ, ਉਹ ਕਿਹਦੇ ਨਾਲ ਰਿਲੇਟਡ ਹੈ, ਸੈਂਡਾਈ ਫਰੇਮਵਰਕ ਕਿਹਦੇ ਨਾਲ ਰਿਲੇਟਡ ਹੈ, ਇਨਵਾਇਰਨਮੈਂਟ ਡਿਜ਼ਾਸਟਰ ਦਾ ਮਿਕਸ, ठीक है। सो ये चीज़ा तुसी कवर करनिया है। इन्वायरमेंट ਲਈ अगर सोर्स अगर तुसी देखो, शंकर IAS इज अ गुड बुक, PMF IAS इज अ गुड बुक, ਉਹਨਾਂ ਚੋਂ ਕਰ ਸਕਦੇ ਹੋ ਤੁਸੀਂ ਕਵਰ, ਸਾਰਾ ਕੁਝ ਕਵਰ ਹੋ ਜਾਏਗਾ, ठीक है। ਸੋ ਇਸ ਤੋਂ ਬਾਅਦ ਵਰਲਡ ਹਿਸਟਰੀ ਲਈ ਮੈਂ 3 ਦਿਨ ਇਸ ਲਈ ਦਿੱਤੇ ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਤਾਂ ਇਹ ਪੈਂਡਿੰਗ ਹੀ ਚੱਲ ਰਹੀ ਹੁੰਦੀ ਹੈ, ਰਾਈਟ। ਸੋ ਅਗਰ ਤੁਹਾਡੀ ਪੈਂਡਿੰਗ ਹੈ, 3 ਦਿਨ ਲਓ, ਕਵਰ ਕਰ ਲਓ। ਸਾਡਾ ਵੀ ਇਸ ਚ ਮਾਈਕਰੋ ਕੋਰਸ ਹੈ 17 ਕਲਾਸਿਸ ਦਾ, ਮੈਰਾਥਨ ਵੇ ਦੇ ਵਿੱਚ ਤੁਸੀਂ ਉਹਨੂੰ ਲਾ ਕੇ, ਹਨਾ, 2-2 3-3 ਘੰਟੇ ਦੀ ਕਲਾਸ ਹੈਗੀਆਂ ਹੈ। ਜਸਟ ਟਰਾਈ ਟੂ ਕਵਰ 4 to 5 ਕਲਾਸਿਸ ਡੇਲੀ। ਇਹ 3 ਦਿਨਾਂ ਚ ਐਟਲੀਸਟ ਆਪਦਾ ਸਿਲੇਬਸ ਕਵਰ ਕਰ ਲਿਓ। siddhipunjab.com ਤੇ ਜਾਓ, ਤੁਹਾਨੂੰ ਉਹ ਜਿਹੜਾ ਮਾਈਕਰੋ ਕੋਰਸ ਹੈਗਾ ਵਰਲਡ ਹਿਸਟਰੀ ਦਾ ਮਿਲ ਜਾਏਗਾ, ਜਿਹਦਾ ਪੈਂਡਿੰਗ ਹੈ। ਬਾਕੀ ਲੋਕ ਬੱਚੇ ਰਿਵਾਈਜ਼ ਕਰਨ ਜਿਨ੍ਹਾਂ ਨੇ ਕਵਰ ਕਰ ਚੁੱਕੇ ਨੇ, ਠੀਕ ਹੈ। ਇਹਦਾ ਸਪੈਸੀਫਿਕ ਟੈਸਟ ਤਾਂ ਕੋਈ ਐਸ ਸੱਚ ਮਿਲੇਗਾ ਨਹੀਂ ਹੈ, ਬਟ PYQs ਤੋਂ ਤੁਸੀਂ ਫਿਰ ਆਪਣੇ ਆਪ ਪ੍ਰੈਕਟਿਸ ਕਰ ਲੈਣਾ ਇੱਕ ਵਾਰ ਰਿਵੀਜ਼ਨ ਕਰਨ ਤੋਂ ਬਾਅਦ, ਰਾਈਟ। ਸੋ ਇੱਥੇ ਆਪਣੀ ਫਰਸਟ ਰਿਵੀਜ਼ਨ ਜਿਹੜੀ ਹੈ ਜੁਲਾਈ 16 ਤੱਕ, ਮਿਡ ਆਫ ਦੀ ਜੁਲਾਈ ਤੱਕ ਆਪਣੀ ਕੰਪਲੀਟ ਹੋ ਚੁੱਕੀ ਹੈ। ਹੁਣ ਆਪਾਂ ਸੈਕੰਡ ਰਾਉਂਡ ਆਫ ਰਿਵੀਜ਼ਨ ਸ਼ੁਰੂ ਕਰਾਂਗੇ। ਅਗਰ ਸਾਨੂੰ ਹੋਰ ਵੀ ਟਾਈਮ ਮਿਲਦਾ ਹੈ
ਜਿਵੇਂ ਆਮ ਐਸਟੀਮੇਟਿੰਗ ਕਿ ਅਗਸਤ ਸੈਪਟੈਂਬਰ ਤੱਕ ਜਾਏਗਾ ਪੇਪਰ, ਤਾਂ ਤੁਸੀਂ ਹੋਰ ਰਿਵੀਜ਼ਨ ਕਰਨੀ ਹੈ। ਜਿੰਨੀ ਰਿਵੀਜ਼ਨ ਕਰੋ ਉਨੀ ਜ਼ਿਆਦਾ ਬੈਸਟ ਹੈ। ਅਗਰ ਤੁਹਾਨੂੰ ਲੱਗਦਾ ਹੈ ਜੀ ਮੈਂ 2 ਵਾਰ ਕਰ ਲਈ, 4 ਵਾਰ ਕਰ ਲਈ, 5 ਵਾਰ ਕਰ ਲਈ, ਥੀਸ ਆਰ ਨਾਟ ਇਨਫ ਐਕਚੁਅਲੀ। ਠੀਕ ਹੈ, ਜਦ ਤੁਸੀਂ 10 ਵਾਲੇ ਲੈਵਲ ਤੇ ਪਹੁੰਚ ਕੇ ਨਾ ਕਿ 10-12 ਵਾਰ ਕਰ ਲਈ, दैट इज द कंफर्टेबल जोन। ठीक है, सो इसीलिए रिवीजन तो करते ही रहना है। सो अगेन मैंने वही सब्जेक्ट रिपीट किए हैं, बट दिस टाइम आई हैव गिवन लेस नंबर ऑफ डेज। ठीक है, क्योंकि हुण तुसी पिछले महीने ही रिवाइज किया सी, ये सब्जेक्ट पॉलिटी फिर तो आ गया, मई च शुरू किया सी, या फिर आ गया। ठीक है, इन्नी देर इन्नी जल्दी कोई भुलदा नहीं है। अगर तुहानू विच विच भी लगे ना, ਜਦੋਂ ਤੁਸੀਂ ਬਾਕੀ ਸਬਜੈਕਟਸ ਕਰ ਰਹੇ ਹੋ, ਯੂ ਕੈਨ ਇੰਟਰੋਡਿਊਸ ਪੋਲਿਟੀ देयर ਆਲਸੋ। ਲੈਟਸ ਸੇ ਕਿ ਤੁਸੀਂ ਪੋਲਿਟੀ ਪੜ੍ਹ ਲਈ ਸੀ, ਜੀਓਗ੍ਰਾਫੀ ਪੜ੍ਹ ਲਈ, ਇਕੋਨਮੀ ਪੜ੍ਹ ਲਈ, ਸੋ ਇਸ ਤੋਂ ਬਾਅਦ ਵੀ ਇਕੋਨਮੀ ਦੇ ਟੈਸਟ ਦੇ ਵਾਲੇ ਦਿਨ ਯੂ ਕੈਨ ਅਗੇਨ ਰਿਵਾਈਜ਼ ਪੋਲਿਟੀ ਫॉर द ਹਾਫ ਆਫ द डे। ठीक है, सो ये भी कर सकते हो कि तुसी अगर तुसी ये सोच रहे हो कि मेरा टच ना छुटे पॉलिटी नाल, सो टेक 2 डेज, कुछ नहीं हुंदा। ए वाले टाइम टेबल च भी 2 डेज चाहे ले लो ते दोबारा पॉलिटी नु गो थ्रू करो क्विकली, जेडे तुसी शॉर्ट नोट्स बनाए सी, राइट। फिर अगेन जुलाई 17 तो ये साइकिल शुरू हो जाएगा पॉलिटी, जोग्राफी, इकोनॉमी, हिस्ट्री ਦਾ। ठीक है, सो यू कैन फॉलो दिस टाइम टेबल। ये मैं सारा टाइम टेबल ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਦੇ ਦਾਂਗੀ ਇਨ ਦ ਫਾਰਮ ਆਫ PDF। ਟੈਲੀਗ੍ਰਾਮ ਗਰੁੱਪ ਡਿਸਕ੍ਰਿਪਸ਼ਨ ਲਿੰਕ 'ਚ ਤੁਹਾਨੂੰ ਉਹਦਾ ਲਿੰਕ ਮਿਲ ਜਾਏਗਾ, ਜੁਆਇਨ ਦਾ ਟੈਲੀਗ੍ਰਾਮ ਗਰੁੱਪ, देयर आई विल गिव द PDF ऑफ दिस टाइम टेबल। सो ਇਹ ਟਾਈਮ ਟੇਬਲ ਨੂੰ ਆਪਣੀ ਵਾਲ ਤੇ ਸਟਿਕ ਕਰ ਲਓ ਪਲੀਜ਼, ਐਂਡ ਸੀਰੀਅਸਲੀ ਫੋਲੋ ਦਿਸ। ਜਿੱਦਣ ਤੁਸੀਂ ਡੇਲੀ ਸ਼ਡਿਊਲ ਫੋਲੋ ਕਰਦੇ ਹੋ, ਟਿਕ दैट डे ਲਾਈਕ ਦਿਸ ਐਜ਼ ਅ ਸਕਸੈਸ, ਰਾਈਟ। ਠੀਕ ਹੈ, ਸੋ ਲੈਟ ਮੀ ਟੈਲ ਯੂ, ਇਹ ਬਹੁਤ ਇਹ ਚੀਜ਼ਾਂ ਜਿਹੜੀਆਂ ਨਾ ਮੈਂਟਲੀ ਤੁਹਾਨੂੰ ਕਾਫੀ ਵਰਕ ਕਰਨਗੀਆਂ। ਠੀਕ ਹੈ, ਤੁਸੀਂ ਆ ਪਲੀਜ਼ ਪੂਰਾ ਦੇਖ ਲੈਣਾ ਟਾਈਮ ਟੇਬਲ। ਲਾਸਟ ਦੇ ਵਿੱਚ ਮੈंने ਫੁੱਲ ਲੈਂਥ ਟੈਸਟ ਜਿਹੜੇ ਆ ਉਹ ਇੰਟਰੋਡਿਊਸ ਕੀਤੇ ਆ 3, ਰਾਈਟ। ਈਵਨ ਵੀ ਹੈਵ ਦਿਸ ਟੈਸਟ ਸੀਰੀਜ਼ ਜਿਸ ਚ ਪਹਿਲਾਂ ਸੈਕਸ਼ਨਲ ਟੈਸਟ ਨੇ, ਫਿਰ ਫੁੱਲ ਲੈਂਥ ਟੈਸਟ ਚੱਲਦੇ ਨੇ, ਤੁਸੀਂ ਉਹਨੂੰ ਵੀ ਇਹਦੇ ਵਿੱਚ ਐਡ ਔਨ ਕਰ ਸਕਦੇ ਹੋ ਟੂ ਫੋਲੋ ਦਿਸ ਸ਼ਡਿਊਲ। ਠੀਕ ਹੈ, ਸੋ ਵੀ ਹੈਵ एवरीथिंग ਫॉर ਯੂ। ਜੇ ਤੁਸੀਂ ਪ੍ਰੀਲਿਮਸ ਦਾ ਕ੍ਰੈਸ਼ ਕੋਰਸ ਕਰਨਾ ਹੈ ਉਹ ਕਰ ਲਓ। ਠੀਕ ਹੈ, ਇਹਦੇ ਵਿੱਚ ਤੁਹਾਨੂੰ ਪ੍ਰੀਲਿਮਸ ਦੀ ਟੈਸਟ ਸੀਰੀਜ਼ ਵੀ ਮਿਲਦੀ ਹੈ, ਅਗਰ ਅੱਡ ਤੋਂ ਲੈਣੀ ਹੈ ਅੱਡ ਤੋਂ ਵੀ ਹੈ, ਰਾਈਟ। ਇਸ ਤੋਂ ਬਾਅਦ ਤੁਸੀਂ ਅਗਰ ਵਰਲਡ ਹਿਸਟਰੀ ਦਾ ਕੋਰਸ ਲੈਣਾ ਹੈ, दैट इज ਆਲਸੋ देयर। ਠੀਕ ਹੈ, ਸੋ ਇਹ ਸਾਰਾ ਕੁਝ ਕਰ ਸਕਦੇ ਹੋ ਤੁਸੀਂ ਟੂ ਕਵਰ ਯੋਰ ਸਿਲੇਬਸ। ਸੀਸੈਟ ਦਾ ਕੋਰਸ ਵੀ ਹੈ ਅਗਰ ਤੁਸੀਂ ਬਿਲਕੁਲ ਹੀ ਬਿਗਨਰ ਹੋ, ਰਾਈਟ। ਬਾਕੀ ਬੱਚਿਆਂ ਲਈ ਤਾਂ ਟੈਸਟ ਸੀਰੀਜ਼। ਨਾਓ अगस्त तक ਤੁਹਾਡਾ ਇਹ ਕੰਪਲੀਟ ਹੋ ਜਾਣਾ ਹੈ। 20th अगस्त तक देखो मैंने बनाया हुआ है। आफ्टर दैट वी कैन एक्सपेक्ट द एग्जाम एट एनी टाइम, राइट। सो नाउ स्टिक दिस टू योर वॉल, मेक श्योर कि डेली करो। नाउ आई वाज टेलिंग कि किवें तुसी जज करना है कि तुसी सही पाते हो कि नहीं। ठीक है, बहुत सारे बच्चे मैसेज करते हैं कि मैम मैं पढ़ता तो रहना बट मैनू ये लगता है कि मेरा पेपर क्लीयर होएगा कि नहीं, डर लगता रहता है। सो ओदा भी सोल्यूशन मैं दे दिंनी है। डरन की जरूरत नहीं है, यू जस्ट हैव टू मेक श्योर कि तुहाडे हर दिन ते इस तरीके नाल ग्रीन टिक लगी होनी चाहिए है कि अज मैंने तुहानू 3 चीज़ां करन नू कहा, प्रीलिम्स, ठीक है, करंट अफेयर, मेंस, PCM लगा लो। ठीक है, सो डेली तुहाडे आए 3 कॉलम, तुसी कह दो 3 सर्कल्स हर डे दे सामने बनाओ। अगर हर सर्कल दे उत्ते डेली टिक जा रहा है, हर सर्कल दे उत्ते डेली टिक जा रहा है, सो रेस्ट एश्योर्ड दैट यू विल क्लियर द एग्जामिनेशन, राइट। हो सकता है कई दिन लो डेज होंगे है, ਆਪਾਂ ਤਿੰਨੋਂ ਦੀ ਤਿੰਨੋਂ ਚੀਜ਼ਾਂ ਨਾ ਕਰ ਸਕੀਏ। ਆਪਦੇ ਆਪ ਨੂੰ ਜ਼ਿਆਦਾ ਪ੍ਰੈਸ਼ਰ ਨਹੀਂ ਕਰਨਾ ਹੈ। ਮੈंने ਜ਼ਿਆਦਾ ਬ੍ਰੇਕਸ ਵੀ ਨਹੀਂ ਦਿੱਤੇ ਹੈ ਇਸ ਦੇ ਵਿੱਚ। ਕਿਸੇ ਕਿਸੇ ਦਿਨ ਤੁਸੀਂ ਵੀਕਐਂਡਸ ਤੇ ਲੈਟਸ ਸੇ ਤੁਸੀਂ ਮੇਨਸ ਵਾਲਾ ਪਾਰਟ ਨਹੀਂ ਕਰਦੇ, ਯੂ ਵਾਂਟ ਟੂ ਕੀਪ ਹਾਫ ਆਫ योर डे फ्री, यू वांट टू प्ले विद चिल्ड्रन आउटसाइड विद फ्रेंड्स, वॉटएवर यू वांट टू डू, कोई इशू नहीं है। ਵੀਕ ਦੇ ਵਿੱਚ 1 ਜਾਂ 2 ਦਿਨ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ, ਨੋ ਇਸ਼ੂਜ਼। ਬਟ ਮੈਜੋਰਿਟੀ ਆਫ ਡੇਜ਼ ਜਿਹੜੇ ਆ ਕੈਲੰਡਰ 'ਚ ਤੁਹਾਡੇ ਗ੍ਰੀਨ ਰਹਿਣੇ ਚਾਹੀਦੇ ਆ। ਜਿਸ ਦਿਨ ਤੁਸੀਂ ਇਹ ਨਹੀਂ ਕਰਦੇ ਹੋ, ਪੁੱਟ ਅਕ੍ਰੋਸ। ਇਹਦੇ ਨਾਲ ਕੀ ਹੋਊਗਾ, ਤੁਹਾਡੀ ਸੈਲਫ ਅਕਾਊਂਟੇਬਿਲਿਟੀ ਬਣੇਗੀ, ਰਾਈਟ। ਕੋਈ ਵੀ ਨਾ ਤੁਹਾਡੇ ਪੇਰੈਂਟਸ, ਨਾ ਤੁਹਾਡੇ ਫਰੈਂਡਸ, ਨਾ ਤੁਹਾਡੇ ਟੀਚਰਸ, ਨਾ ਮੈਂ ਤੁਹਾਨੂੰ ਦੇਖ ਸਕਦੀ ਹਾਂ ਕਿ ਤੁਸੀਂ ਡੇਲੀ ਕਰ ਕੀ ਰਹੇ ਹੋ। ਆਈ ਕੈਨ ਜਸਟ ਗਾਈਡ ਯੂ ਆਫਟਰ 10 ਡੇਜ਼, 15 ਡੇਜ਼, ਅ ਮੰਥ। डेली तुसी डे ਨੂੰ ਕਿਵੇਂ ਯੂਟਿਲਾਈਜ਼ ਕਰ ਰਹੇ ਹੋ, ਦਿਸ ਯੂ ਹੈਵ ਟੂ ਜੱਜ ਥਰੂ ਦਿਸ ਮੀਨਸ, ਰਾਈਟ। ਸੋ ਡੂ ਦਿਸ ਐਕਸਰਸਾਈਜ਼ ਡੇਲੀ, ਤੁਹਾਨੂੰ ਖੁਦ ਸਾਹਮਣੇ ਪਤਾ ਚੱਲ ਜਾਏਗਾ ਕਿ ਤੁਸੀਂ ਕਿੰਨੇ ਸੀਰੀਅਸ ਹੋ। ਤੁਹਾਨੂੰ ਲੱਗਦਾ ਹੈ ਕਿ ਮੈਂ ਪੜ ਰਿਹਾ 2-4 ਦਿਨ ਪੜ ਕੇ ਲੰਬਾ ਬ੍ਰੇਕ ਚੱਲ ਰਿਹਾ ਹੁੰਦਾ, ਜਾਂ ਸੀਰੀਅਸਨੈਸ ਨਹੀਂ ਚੱਲ ਰਹੀ ਹੁੰਦੀ, ਜਾਂ ਬੈਠੇ ਬੈਠੇ ਖਿਆਲੀ ਪਲਾਓ ਬਣਾ ਰਹੇ ਹੁੰਨੇ ਆ, ਉਹ ਸਭ ਇੱਥੇ ਹੀ ਦਿਖ ਜਾਏਗਾ ਤੁਹਾਨੂੰ। ठीक है, ਤੁਹਾਡੇ ਸਾਹਮਣੇ ਤੁਹਾਡਾ ਕੈਲੰਡਰ ਸ਼ੋ ਕਰੇਗਾ ਕਿ ਤੁਸੀਂ ਕਿੰਨੇ ਸੀਰੀਅਸ ਹੋ। ਜਿੰਨੀ ਜ਼ਿਆਦਾ ਗ੍ਰੀਨ ਟਿਕਸ ਉਹਨਾਂ ਮਤਲਬ ਤੁਸੀਂ ਅੱਛਾ ਕਰ ਰਹੇ ਹੋ, ਜਿੰਨੇ ਜ਼ਿਆਦਾ ਰੈੱਡ ਟਿਕਸ ਆਣਗੇ ਤੁਹਾਡੇ ਇਸ ਸ਼ਡਿਊਲ 'ਚ, ਉਹਦਾ ਮਤਲਬ ਹੈ ਉਹਨਾਂ ਦੂਰ ਤੁਸੀਂ ਆਪਦੇ ਗੋਲ ਤੋਂ ਜਾ ਰਹੇ ਹੋ। ਠੀਕ ਹੈ, ਆਲ ਆਫ ਥੀਸ ਥਿੰਗਸ ਆਰ ਵੈਰੀ ਕ੍ਰੂਸ਼ੀਅਲ ਟੂ ਜੱਜ योरसेल्फ, प्लीज डू इट। ਇਹ ਪੂਰਾ ਟਾਈਮ ਟੇਬਲ ਆਈ ਵਿਲ ਗਿਵ ਯੂ ਇਨ PDF, ਉਹਦੀ ਪ੍ਰਿੰਟ ਕਢਾ ਕੇ ਆਪਦੇ ਵਾਲ ਤੇ ਲਗਾ ਲਿਓ 3 ਪੇਜ,
you will yourself see कि भी ਤੁਸੀਂ ਕਰ ਕੀ ਰਹੇ ਹੋ। you can even share your images if you are doing well with me, ठीक है, देख के अच्छा लगता है। बहुत सारे बच्चे of the study table and all the pictures भेज रहे, it is very motivating for me also, but you should also take care of all of these things, ठीक है। so that will be all। ਬਾਕੀ ਬੱਚਿਆਂ ਲਈ ਜਿਹੜੇ ਮੈਂ ਕਿਹਾ 1 year ਦਾ plan, that means ਤੁਸੀਂ long term plan ਦੇਖ ਰਹੇ ਹੋ next year ਦੇ ਐਗਜ਼ਾਮ ਲਈ, I'll share that also। ਮੇਨਸ ਦੀ ਤਿਆਰੀ ਤੁਸੀਂ ਇਸ ਟਾਈਮ ਤੇ ਕਿਵੇਂ ਕਰੋ, I'll share that also। ਤੇ ਇਹੀ ਹੈ, ਜਿਹੜੇ ਜਿਹੜੇ ਬੱਚੇ ਆਪਦੇ ਫਰੈਂਡਸ ਦੇ ਨਾਲ ਇਹ ਵੀਡੀਓ ਸ਼ੇਅਰ ਕਰੋ, ਰਾਈਟ, ਇਟ ਵਿਲ ਬੀ ਵੈਰੀ ਹੈਲਪਫੁਲ ਫॉर ਅਸ ਐਂਡ ਫॉर ਯੂ ਆਲਸੋ। ਐਂਡ ਦਿਸ ਇਜ਼ ਆਰ ਨੰਬਰ, ਇਸ ਤੇ ਤੁਸੀਂ WhatsApp ਕਰੋ ਪਲੀਜ਼ ਅਗਰ ਤੁਹਾਡੀ ਕੋਈ ਕੁਐਰੀ ਹੈ, ਸਟੱਡੀ ਰਿਲੇਟਡ ਕੋਈ ਇਸ਼ੂ ਹੈ। I'll respond to it whenever I'm getting time, I'll respond to your query definitely। ਅਗਰ ਕਿਸੇ ਵੀ ਕੋਰਸ ਦੀ ਜਾਣਕਾਰੀ ਤੁਹਾਨੂੰ ਸਾਡੇ ਚਾਹੀਦੀ ਹੈ, we have all the courses related to PPSC and UPSC, you can call us on this number, ਠੀਕ ਹੈ। ਸਾਡੇ ਕਾਉਂਸਲਰਸ ਤੁਹਾਨੂੰ ਪ੍ਰੋਪਰਲੀ ਇਨਫੋਰਮ ਕਰਨਗੇ ਅਬਾਊਟ ਐਵਰੀ ਕੋਰਸ that is available with us, right। so ਇਸ ਤੇ ਕਾਲ ਕਰੋ, ਇਸ ਤੇ we will not be able to take calls, right। so that will be there। ਜਿਹੜੇ ਬੱਚੇ ਮੇਨਸ ਦੀ ਤਿਆਰੀ ਕਰਨਾ ਚਾਹੁੰਦੇ ਹੈ, 19 ਮਈ ਤੋਂ ਸਾਡਾ ਡॉ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ ਹੈ, ਪਲੀਜ਼ ਐਨਰੋਲ ਫॉर that। ਜਿਹੜੇ ਬੱਚੇ ਆਲਰੇਡੀ ਸਾਡਾ ਕ੍ਰੈਸ਼ ਕੋਰਸ ਕਵਰ ਕਰ ਚੁੱਕੇ ਹੈ ਜਾਂ ਆਪਦੀ ਪ੍ਰੀਲਿਮਸ ਦੀ ਤੁਸੀਂ ਤਿਆਰੀ ਕਰ ਚੁੱਕੇ ਹੋ, this is going to help you a lot now to improve your answer writing। ਡੇਲੀ ਦੀ ਹੈਬਿਟ ਬਣੇਗੀ। ਜਿਹੜਾ ਮੈਂ ਹੁਣੀ ਚਾਰਟ ਦਿਖਾਇਆ ਨਾ ਕਿ ਤੁਸੀਂ ਟਿਕ ਲਗਾ ਸਕਦੇ ਹੋ, ਉਹ ਬੇਸਿਕਲੀ ਹੈਬਿਟ ਬਣਾਉਣ 'ਚ ਤੁਹਾਨੂੰ ਪ੍ਰੋਗਰਾਮ ਹੈਲਪ ਕਰੇਗਾ। ਖੁਦ ਦੇ ਬੇਸਿਸ ਤੇ ਤਾਂ ਅਸੀਂ ਕਰਦੇ ਨਹੀਂ ਹੈ, ਬਟ ਜਦੋਂ ਇੱਕ ਤਾਂ ਪੈਸੇ ਲੱਗੇ ਹੁੰਦੇ ਆ ਜਾਂ ਡੰਡਾ ਹੁੰਦਾ ਹੈ ਸਾਡੇ ਸਿਰ ਤੇ, ਤਾਂ ਉਦੋਂ ਅਸੀਂ ਕਰਦੇ ਹਾਂ, ਠੀਕ ਹੈ। ਸੋ ਇਹ ਸਟ੍ਰਿਕਟਨੈਸ ਬਣੇਗੀ, ਹੈਬਿਟ ਬਣੇਗੀ ਡੇਲੀ ਲਿਖਣ ਦੀ, ਜਿਹੜੀ ਅਸੀਂ ਭੱਜਦੇ ਰਹਿੰਦੇ ਹਾਂ ਜਿਸ ਤੋਂ, ਠੀਕ ਹੈ। ਸੋ ਡੂ ਦਿਸ ਵਿਲ ਬੀ ਹੈਲਪਫੁਲ ਟੂ ਯੂ। ਬਾਕੀ ਸਾਡੇ ਨੰਬਰਸ ਤੇ ਕੰਟੈਕਟ ਕਰੋ ਫॉर more information about the programs, the schedules and the other things, ठीक है। all the very best to you, study very hard, you have got time, do it, you can do it, just work with consistency। all the very best।